ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਅੱਜ ਆਪਾਂ ਪੜ੍ਹਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ 11ਵੀਂ ਕਲਾਸ ਦੀ ਇੰਗਲਿਸ਼ ਦੀ ਬੁੱਕ ਤੇ ਉਹਦੀ ਸਪਲੀਮੈਂਟਰੀ ਰੀਡਰ ਸੈਕਸ਼ਨ ਵਿੱਚੋਂ ਸੈਕੰਡ ਚੈਪਟਰ ਦ ਟਾਈਗਰ ਇਨ ਦ ਟਨਲ ਤੇ ਅੱਜ ਚਰਚਾ ਕਰਾਂਗੇ ਇਸ ਪਾਠ ਦੇ ਪ੍ਰਸ਼ਨ ਉੱਤਰ ਬਾਰੇ। ਸ਼ੁਰੂ ਕਰਦੇ ਹਾਂ। ਸ਼ਾਰਟ ਆਨਸਰ ਟਾਈਪ ਕੁਐਸਚਨਸ, ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਪਹਿਲਾ ਪ੍ਰਸ਼ਨ ਹੈਗਾ What were the sounds that broke the silence of the night? ਕਿਹੜੀਆਂ ਆਵਾਜ਼ਾਂ ਸਨ ਜੋ ਰਾਤ ਦੀ ਸ਼ਾਂਤੀ ਨੂੰ ਭੰਗ ਕਰਦੀਆਂ ਸਨ? The sounds that broke the silence of the night were the cicada and a woodpecker. ਇੱਕ ਚਿੜੀ ਤੇ ਇੱਕ ਸਿਸਾਡਾ ਮੱਛਰ ਹੁੰਦਾ ਹੈ, ਠੀਕ ਹੈ। The shrill cry of a cicada, ਕਹਿਣ ਦਾ ਮਤਲਬ ਉਹ ਜਿਹੜੀ ਆਵਾਜ਼ ਹੁੰਦੀ ਹੈ ਜਦੋਂ ਜਾਨਵਰ ਕੱਢਦਾ ਹੈ, ਮੱਖੀ ਕੱਢਦੀ ਹੈ, and the hollow hammering of a woodpecker created noise in a pin-drop silence of a lonely area where Baldeo lived with his family. ਤੇ woodpecker ਜਿਹੜਾ ਹੈਗਾ ਉਹ ਆਪਣੀ ਆਵਾਜ਼ ਕੱਢ ਕੇ ਉਸ ਸ਼ਾਂਤੀ ਭਰੇ ਇਨਵਾਇਰਨਮੈਂਟ ਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਸ਼ਾਂਤੀ ਨੂੰ ਭੰਗ ਕਰਦੇ ਸੀ, ਕਿਉਂਕਿ ਉਹਨਾਂ ਦੀ ਆਪਣੀ ਆਵਾਜ਼ ਹੁੰਦੀ ਹੈ ਜਾਨਵਰਾਂ ਦੀ, ਮੱਛਰਾਂ ਦੀ, ਤੇ ਉਹ ਆਪਣੀਆਂ ਆਵਾਜ਼ਾਂ ਕੱਢਦੇ ਸੀ। ਅੱਗੇ ਚੱਲਦੇ ਹਾਂ। ਸੈਕੰਡ ਕੁਐਸਚਨ ਹੈਗਾ what duties had Baldeo to perform? ਬਾਲਦਿਓ ਕਿਹੜੇ ਕੰਮ ਕਰਦੇ ਸੀ? Baldeo worked at a small railway station. ਉਹ ਇੱਕ ਛੋਟੇ ਜਿਹੇ ਰੇਲਵੇ ਸਟੇਸ਼ਨ ਤੇ ਕੰਮ ਕਰਦੇ ਸੀ। He did the job of giving signals whether the tunnel next to the station was clear or not. Station ਤੋਂ ਪਹਿਲਾਂ ਜਿਹੜੀ ਟਨਲ ਆਉਂਦੀ ਹੈ, ਗੁਫਾ ਆਉਂਦੀ ਹੈ, ਵੀ ਉਹ ਸਾਫ਼, ਮਤਲਬ ਕਹਿਣ ਦਾ ਮਤਲਬ ਕਲੀਅਰ ਹੈਗੀ ਹੈ, ਕੋਈ ਰੁਕਾਵਟ ਤਾਂ ਨਹੀਂ ਹੈਗੀ ਹੈ, ਟ੍ਰੇਨ ਨੂੰ ਉਹ ਸਿਗਨਲ ਦਿੰਦੇ ਸੀ। At night, it was his duty to see that the lamp at the signal post was burning and that the overland mail passed through safely. ਰਾਤ ਦੀ ਉਹਨਾਂ ਦੀ ਡਿਊਟੀ ਹੁੰਦੀ ਸੀ ਵੀ ਉਹ ਜਿਹੜਾ ਲੈਂਪ ਹੈਗਾ ਉਹ ਜਲਦਾ ਰਹੇ ਤੇ ਜਿਹੜੀ ਰੇਲ ਗੱਡੀ ਆ ਉੱਥੋਂ ਨਿਕਲ ਸਕੇ ਉਸ ਟਨਲ ਦੇ ਵਿੱਚੋਂ। ਅੱਗੇ why had Baldeo to work as a ਖਲਾਸੀ, ਵੀ ਉਹਨੂੰ ਇੱਕ ਖਲਾਸੀ ਦੇ ਵਿੱਚੋਂ ਕੰਮ ਕਿਉਂ ਕਰਨਾ ਪੈ ਰਿਹਾ ਸੀ? Baldeo lived in a small tribal village. ਉਹ ਇੱਕ ਛੋਟੇ ਜਿਹੇ ਟ੍ਰਾਈਬਲ ਵਿਲੇਜ ਦੇ ਵਿੱਚ ਰਹਿੰਦੇ ਸੀ, ਕਬੀਲੇ ਵਿੱਚ ਰਹਿੰਦੇ ਸੀ। He was a poor man, ਗਰੀਬ ਇਨਸਾਨ ਸੀ। He belonged to a family of farmers, ਕਿਸਾਨਾਂ ਦੇ ਪਰਿਵਾਰ ਤੋਂ ਰਿਸ਼ਤਾ ਰੱਖਦੇ ਸੀ। He had small rice fields which could not fulfill the needs of his family. ਉਹਨਾਂ ਕੋਲ ਛੋਟੇ ਖੇਤ ਸੀਗੇ ਚੌਲਾਂ ਦੇ ਜੋ ਉਹਨਾਂ ਦੀਆਂ ਪਰਿਵਾਰ ਦੀਆਂ ਲੋੜਾਂ ਨੂੰ ਪੂਰਾ ਨਹੀਂ ਕਰ ਸਕਦੇ ਸੀ, ਉਹ ਤੋਂ ਜੋ ਵੀ ਪੈਸਾ ਮਿਲਦਾ ਸੀ। ਇਸੇ ਕਰਕੇ he had to work as a ਖਲਾਸੀ at a railway station, ਯਾਨੀ ਵਾਚਮੈਨ ਦੀ ਡਿਊਟੀ ਕਰਦੇ ਸੀ ਛੋਟੇ ਜਿਹੇ ਰੇਲਵੇ ਸਟੇਸ਼ਨ ਤੇ। ਅੱਗੇ what were the factors that contributed to the ਈਰੀਨੈਸ? ਈਰੀਨੈਸ ਦਾ ਮਤਲਬ ਹੁੰਦਾ ਹੈ ਜੋ ਬਹੁਤ ਅਜੀਬ ਹੁੰਦੀ ਹੈ ਚੀਜ਼, ਅਜੀਬ ਇਨ ਦਾ ਸੈਂਸ ਕਿ ਬਹੁਤ ਜ਼ਿਆਦਾ ਡਰਾਵਨੀ, ਉਹਨੂੰ ਆਪਾਂ ਕਹਿੰਦੇ ਆ ਈਰੀਨੈਸ। ਤੇ ਕਿਹੜੇ ਫੈਕਟਰ ਸੀ ਜੋ ਉਸ ਚੀਜ਼ ਨੂੰ ਡਰਾਵਨਾ, ਅਜੀਬ ਜਿਹਾ ਬਣਾਉਂਦੇ ਸੀ, ਉਹਦੇ ਬਾਰੇ ਪੁੱਛਿਆ ਗਿਆ ਹੈ। ਨੈਕਸਟ ਟੂ ਦ ਸਮਾਲ ਰੇਲਵੇ ਸਟੇਸ਼ਨ, ਛੋਟੇ ਜਿਹੇ ਰੇਲਵੇ ਸਟੇਸ਼ਨ ਦੇ ਨਾਲ ਹੀ there was a deep cutting that led to the tunnel. ਟਨਲ ਨੂੰ ਰਸਤਾ ਜਾਂਦਾ ਸੀ। The cutting had sheer rock walls towering high above the rails. ਤੇ ਉਹਦੇ ਉੱਥੇ ਬਹੁਤ ਵੱਡੇ ਵੱਡੇ ਆਪਾਂ ਕਹਿ ਸਕਦੇ ਹਾਂ ਪਹਾੜੀਆਂ ਦੇ ਉੱਚੇ ਵਰਗੇ ਹੀ ਪੱਥਰ ਸੀਗੇ। The cutting and the entrance to the tunnel looked very horrible at night. ਤੇ ਰਾਤ ਨੂੰ ਕਿ ਪੱਥਰ ਪਏ ਸੀ ਉੱਚੇ ਅਜੀਬ ਜੇ ਕੱਟੇ ਹੋਏ, ਤੇ ਅੰਦਰ ਜਦ ਐਂਟਰ ਕਰਦੇ ਆ ਟਨਲ ਨੂੰ, ਰਾਤ ਦੀ ਉਹਦੀ ਡਿਊਟੀ ਸੀ, ਉਹ ਬੜੇ ਅਜੀਬ ਜੇ ਲੱਗਦੇ ਸੀ, ਡਰਾਵਨੇ ਲੱਗਦੇ ਸੀ। The most frightening thing was it was believed that the wild animals visited that place frequently. ਤੇ ਸਭ ਤੋਂ ਅਜੀਬ ਗੱਲ ਇਹ ਸੀਗੀ ਵੀ ਉੱਥੇ ਜੰਗਲੀ ਜਾਨਵਰ ਅਕਸਰ ਆਂਦੇ ਜਾਂਦੇ ਰਹਿੰਦੇ ਸੀ। ਅੱਗੇ what was Baldeo's axe like? Baldeo ਦਾ ਜਿਹੜਾ ਕੁਲਹਾੜੀ ਸੀ ਕਿਹੋ ਜੀ ਸੀ? Baldeo's axe was small and fragile to look at. ਦੇਖਣ ਨੂੰ ਉਹਦੀ ਕੁਲਹਾੜੀ ਛੋਟੀ ਜੀ ਤੇ ਜਲਦੀ ਖਰਾਬ ਹੋ ਜਾਣ ਵਾਲੀ ਸੀਗੀ। But it was quite deadly when used. ਪਰ ਜਦ ਉਹਦੀ ਵਰਤੋਂ ਕੀਤੀ ਜਾਂਦੀ ਉਸ ਟਾਈਮ ਤੇ ਉਹ ਕਾਫੀ ਘਾਤਕ ਸੀਗੀ। With his axe, Baldeo could cut down a tree in just 3 or 4 swift strokes only. अपनी कुल्हाड़ी ਦੇ ਨਾਲ 3-4 ਵਾਰ ਮਾਰ ਕੇ ਨਾ ਇਦਾਂ ਸਟ੍ਰੋਕ ਮਾਰ ਕੇ ਉਹ ਇੱਕ ਪੇੜ ਕੱਟ ਸਕਦਾ ਸੀ। ਇਹ ਉਹਦੇ ਪਿਤਾ ਜੀ ਨੇ ਉਹਨੂੰ ਦਿੱਤੀ ਸੀ ਐਕਚੁਅਲੀ। He had once killed a young boar with his axe. ਤੇ ਇੱਕ ਵਾਰ ਉਹਨੇ ਇੱਕ ਜੰਗਲੀ ਜਾਨਵਰ ਨੂੰ, ਬੋਰ ਦਾ ਮਤਲਬ ਇੱਕ ਜੰਗਲੀ ਜਾਨਵਰ ਨੂੰ ਵੀ ਆਪਣੀ ਕੁल्हाड़ी ਦੇ ਨਾਲ ਮਾਰਿਆ ਸੀ। ਬੋਰ ਕੀ ਹੁੰਦਾ? ਇਹ ਹੁੰਦਾ ਇੱਕ ਮੇਲ ਪਿਗ, ਸੂਅਰ ਜਿਹਨੂੰ ਆਪਾਂ ਕਹਿੰਦੇ ਆ। ਅੱਗੇ ਚੱਲਦੇ ਆ। How did Baldeo know that a tiger was nearby and later it had sprung into the
ਕਟਿੰਗ। ਬਾਲਦਿਓ ਨੂੰ ਕਿਵੇਂ ਪਤਾ ਚੱਲਿਆ ਵੀ ਨੇੜੇ ਹੀ ਕਿਤੇ ਟਾਈਗਰ ਹੈਗਾ, ਤੇ ਉਸ ਤੋਂ ਬਾਅਦ ਉਹ ਜਿਹੜਾ ਟਾਈਗਰ ਹੈ ਉਹ ਇੱਕਦਮ ਸਪਰੰਗ ਦਾ ਮਤਲਬ ਜਦ ਤੁਸੀਂ ਛੇਤੀ ਚੱਲਦੇ ਹੋ ਜਾਂ ਸਡਨਲੀ ਜੰਪ ਕਰਦੇ ਹੋ, ਜਿਵੇਂ ਜਾਨਵਰ ਕਰਦੇ ਨੇ ਵੀ ਉਹ ਉਸ ਕਟਿੰਗ ਉਹ ਜਿਹੜੇ ਪੱਥਰ ਪਏ ਸੀ ਉਹਦੇ ਤੇ ਉਹਨੇ ਜੰਪ ਕਰਤਾ ਹੈ। ਦੇਖੋ ਬਾਲਦਿਓ ਹਰਡ ਅ ਲੋ ਗ੍ਰੰਟ ਫਰਮ ਦ ਟੌਪ ਆਫ ਦ ਕਟਿੰਗ, ਜਿੱਥੇ ਚਟਾਨ ਜੇ ਪਏ ਸੀਗੇ ਨਾ ਉੱਥੋਂ ਬਾਲਦਿਓ ਨੂੰ ਇੱਕ ਤਿੱਖੀ ਜੀ ਆਪਾਂ ਕਹਿ ਸਕਦੇ ਹਾਂ ਬਟ ਲੋ ਥੋੜੇ ਘੱਟ ਵੋਲਿਊਮ ਵਾਲੀ ਇੱਕ ਆਵਾਜ਼ ਜੀ ਸੁਣਾਈ ਦਿੱਤੀ। ठीक है, he at once understood that a tiger was nearby because only a tiger could emit such a sound। ਤੇ ਉਹਨੂੰ ਪਤਾ ਲੱਗ ਗਿਆ ਕਿਉਂਕਿ ਜਦ ਤੁਸੀਂ ਜੰਗਲ ਵਿੱਚ ਰਹਿੰਦੇ ਹੋ ਤੁਸੀਂ ਜਾਨਵਰਾਂ ਦੀ ਜਾਨ ਮਤਲਬ ਆਵਾਜ਼ਾਂ ਪਛਾਣ ਲੈਂਦੇ ਹੋ, ਤੇ ਉਹਨੂੰ ਵੀ ਇੱਕ ਵਾਰੀ ਚ ਪਤਾ ਲੱਗ ਗਿਆ ਸੀ ਕਿ ਇਹ ਟਾਈਗਰ ਦੀ ਆਵਾਜ਼ ਹੈ ਕਿਉਂਕਿ ਇਹ ਜਿਹੜੀ ਆਵਾਜ਼ ਹੈ ਟਾਈਗਰ ਹੀ ਕੱਢ ਸਕਦਾ ਹੈ। then he heard a thump, thump ਯਾਨੀ ਜ਼ੋਰ ਦੀ ਜਦ ਤੁਸੀਂ ਕੋਈ ਚੀਜ਼ ਗਿਰਦੀ ਹੈ ਤਾਂ ਥੰਮ ਦੀ ਆਵਾਜ਼ ਨਹੀਂ ਆਉਂਦੀ, and the rattle of small stones, ਤੇ ਜਿਵੇਂ ਛੋਟੇ ਛੋਟੇ ਪੱਥਰ ਜਿਹੜੇ ਨੇ ਜਦ ਇੱਧਰ ਉੱਧਰ ਹੁੰਦੇ ਨੇ ਤਾਂ ਉਹ ਆਵਾਜ਼ ਆਈ, ਮਤਲਬ ਜਿਵੇਂ ਕੋਈ ਚੱਲ ਰਿਹਾ ਹੁੰਦਾ ਹੈ ਨਾ ਤਾਂ ਜਿਹੜੀਆਂ ਆਵਾਜ਼ਾਂ ਨਿਕਲਦੀਆਂ ਪੱਥਰਾਂ ਦੇ ਉੱਤੇ ਚੱਲਦੇ ਹੋਏ ਉਹ ਵਾਲੀ ਆਵਾਜ਼ ਉਹਨੂੰ ਵੀ ਸੁਣਾਈ ਦਿੱਤੀ। It made him sure that the tiger had sprung into the cutting, ਤੇ ਇਸ ਚੀਜ਼ ਨੇ ਪੱਕਾ ਕਰ ਦਿੱਤਾ ਸੀ ਵੀ ਉਹ ਜਿਹੜਾ ਜਾਨਵਰ ਹੈ ਉਹ ਆ ਗਿਆ ਟਨਲ ਦੇ ਨੇੜੇ। ਤੇ ਇੱਥੇ ਆਪਾਂ ਇਹ ਕਹਿ ਸਕਦੇ ਹਾਂ ਗ੍ਰੰਟ ਦਾ ਮਤਲਬ ਹੈ ਵੀ ਜਦ ਤੁਸੀਂ ਹੌਲੀ ਜਿਹੀ ਆਵਾਜ਼ ਕਰਦੇ ਹੋ, ਖਾਸ ਤੌਰ ਤੇ ਜਦ ਤੁਸੀਂ ਗੁੱਸੇ ਵਿੱਚ, ਜਾਨਵਰ ਗੁੱਸੇ ਵਿੱਚ ਹੁੰਦਾ ਹੈ ਜਾਂ ਦਰਦ ਵਿੱਚ ਹੁੰਦਾ ਹੈ। ਅੱਗੇ why did ਬਾਲਦਿਓ not run away from the tiger, ਬਾਲਦਿਓ ਜਿਹੜਾ ਸੀ ਉਹ ਟਾਈਗਰ ਤੋਂ ਦੂਰ ਕਿਉਂ ਨਹੀਂ ਭੱਜ ਗਿਆ ਸੀ। ਬਾਲਦਿਓ did not run away from the tiger because there was no shelter for him, ਕਿਉਂਕਿ ਉਹਦੇ ਲਈ ਬਚਣ ਲਈ ਕੋਈ ਥਾਂ ਨਹੀਂ ਬਚੀ ਸੀ ਟਨਲ ਦੇ ਵਿੱਚ। At that time he was standing in the cutting at the entrance of the tunnel, ਉਸ ਟਾਈਮ ਤੇ ਉਹ ਜਿਹੜੇ ਪੱਥਰ ਸੀਗੇ ਉੱਥੇ ਖੜਾ ਹੋਇਆ ਸੀ ਹੈ ਨਾ ਟਨਲ ਦੇ ਐਂਟਰੈਂਸ ਤੇ। and the tiger was coming rapidly towards him from the opposite end, ਤੇ ਜਿਹੜਾ ਟਾਈਗਰ ਸੀ opposite end ਤੋਂ ਉਹਦੇ ਵੱਲ ਆ ਰਿਹਾ ਸੀ। fight was impossible in such a situation, ਤੇ ਇਸ ਟਾਈਮ ਦੇ ਵਿੱਚ ਅਜਿਹੀ ਸਥਿਤੀ ਦੇ ਵਿੱਚ ਉੱਥੋਂ ਭੱਜਣਾ ਬਿਲਕੁਲ impossible ਜਿਹਾ ਸੀਗਾ। ਅੱਗੇ describe the fight between ਬਾਲਦਿਓ and the tiger, ਦੋਨਾਂ ਵਿੱਚ ਕਿਹੇ ਜੀ ਲੜਾਈ ਹੋਈ ਉਹਦੇ ਬਾਰੇ ਵਰਣਨ ਕਰੋ। A tiger attacked ਬਾਲਦਿਓ when he went to the signal post, ਜਦੋਂ ਸਿਗਨਲ ਪੋਸਟ ਤੇ ਗਿਆ ਸੀ ਚੈੱਕ ਕਰਨ ਵੀ ਲਾਈਟ ਹੈਗੀ ਹੈ, ਰੇਲ ਗੱਡੀ ਪਾਸ ਕਰ ਸਕਦੀ ਹੈ, ਉਸ ਟਾਈਮ ਤੇ ਟਾਈਗਰ ਨੇ ਉਹਦੇ ਤੇ ਹਮਲਾ ਕੀਤਾ। ਬਾਲਦਿਓ ਜੰਪ ਟੂ ਵਨ ਸਾਈਡ ਟੂ ਸੇਵ ਹਿਮਸੈਲਫ, ਉਹਨੇ ਇੱਕ ਸਾਈਡ ਤੇ ਜੰਪ ਕਰਤਾ ਆਪਣੇ ਆਪ ਨੂੰ ਬਚਾਉਣ ਲਈ। and hit the tiger with his axe, ਤੇ ਟਾਈਗਰ ਨੂੰ ਇੱਕ ਐਕਸ ਕੁਹਾੜੀ ਜਿਹੜੀ ਉਹਦੇ ਹੱਥ ਸੀ ਉਹਦੇ ਨਾਲ ਮਾਰੇ। The tiger roared loudly in pain, tiger ਜ਼ੋਰ ਦੀ ਗਰਜਾਇਆ, ਰੋਇਆ, ਆਵਾਜ਼ ਕੱਢੀ। He sprang upon ਬਾਲਦਿਓ and tore him into pieces, ਉਹਨੇ ਉਹਦੇ ਤੇ ਝਪੱਟਾ ਮਾਰਿਆ ਤੇ ਉਹਨੂੰ ਛੋਟੇ ਛੋਟੇ ਹਿੱਸਿਆਂ ਵਿੱਚ ਕੱਟ ਫਾੜ ਕਰ ਦਿੱਤੀ ਬਾਲਦਿਓ ਦੀ। ਬਾਲਦਿਓ had hit the tiger so badly that the tiger could not get out of the way when the train arrived, ਹੁਣ ਸੱਟ ਤਾਂ ਉਹਦੇ ਵੀ ਵੱਜੀ ਸੀ ਕਿਉਂਕਿ ਕੁਹਾੜੀ ਵੱਜੀ ਸੀ ਤੇ ਉਹ ਉਹਨੂੰ ਬੈਠ ਕੇ ਚੱਟ ਰਿਹਾ ਸੀ, ਤੇ ਹੁਣ ਜਦ ਟ੍ਰੇਨ ਆਈ ਤਾਂ ਉਹਦੇ ਲਈ ਭੱਜਣ ਲਈ ਕੋਈ ਥਾਂ ਬਚੀ ਨਹੀਂ ਸੀ ਕਿਉਂਕਿ ਉਹ ਵੀ ਉੱਥੇ ਫਸ ਗਿਆ ਸੀ ਜਿੱਥੇ ਬਾਲਦਿਓ ਫਸਿਆ ਸੀ। thus he too was killed eventually, ਤੇ ਆਖਿਰਕਾਰ ਉਹ ਵੀ ਰੇਲ ਗੱਡੀ ਅੱਗੇ ਆ ਕੇ ਉਹ ਵੀ ਮਰ ਗਿਆ ਸੀ। ਅੱਗੇ how did the tiger die, ਟਾਈਗਰ ਜਿਹੜਾ ਹੈਗਾ ਬਾਘ ਕਿਵੇਂ ਮਰਿਆ। the tiger was badly wounded during his encounter with ਬਾਲਦਿਓ at the signal post, ਸਿਗਨਲ ਪੋਸਟ ਤੇ ਜਦ ਉਹਦੀ ਲੜਾਈ ਹੋਈ ਸੀ ਬਾਲਦਿਓ ਦੇ ਨਾਲ ਤੇ ਉਹਦੇ ਕੁਹਾੜੀ ਵੱਜੀ ਸੀ ਬਹੁਤ ਜ਼ੋਰ ਕੇ, ਤੇ ਉਹਦੇ ਜ਼ਖਮ ਪੈ ਗਿਆ ਸੀ, ਇੰਨੀ ਜ਼ੋਰ ਕੇ ਵੱਜੀ ਸੀ ਕਿ ਉਹਦਾ ਜਿਹੜੀ ਕੁਹਾੜੀ ਸੀ ਉਹ ਅੰਦਰ ਹੀ ਰਹਿ ਗਈ ਸੀ ਟਾਈਗਰ ਦੇ। After killing ਬਾਲਦਿਓ the tiger sat down on the track roaring in pain, ਤੇ ਬਾਲਦਿਓ ਨੂੰ ਮਾਰਨ ਤੋਂ ਬਾਅਦ, ਸ਼ਿਕਾਰ ਨੂੰ ਮਾਰਨ ਤੋਂ ਬਾਅਦ ਉਹ ਟਰੈਕ ਤੇ ਬੈਠ ਗਿਆ ਸੀ ਤੇ ਉੱਥੇ ਹੀ ਦਰਦ ਦੇ ਵਿੱਚ ਗੁਰਰਾ ਰਿਹਾ ਸੀ। He didn't notice that the train was coming, ਉਹਨੂੰ ਪਤਾ ਨਹੀਂ ਚੱਲਿਆ ਵੀ ਟ੍ਰੇਨ ਵੀ ਆ ਰਹੀ ਹੈ। But when he realized that ਜਿਵੇਂ ਟ੍ਰੇਨ ਆਉਂਦੀ ਹੈ ਧਰਤੀ ਹਿੱਲਣ ਲੱਗ ਜਾਂਦੀ ਹੈ ਨਾ, ਜਦੋਂ ਉਹਨੂੰ ਪਤਾ ਲੱਗਿਆ he couldn't get out of the way immediately and was cut half by the engine, ਉਹ ਇੱਕਦਮ ਉੱਥੋਂ ਨਹੀਂ ਹਟ ਪਾਇਆ, ਭੱਜ ਨਹੀਂ ਪਾਇਆ, ਤੇ ਇੰਜਨ ਜਦੋਂ ਤੂੰ ਆ ਕੇ ਵੱਜਿਆ ਟ੍ਰੇਨ ਦਾ ਅੱਗੇ ਵਾਲਾ ਹਿੱਸਾ ਤਾਂ ਉਹਦੇ ਦੋ ਹਿੱਸੇ ਹੋ ਗਏ ਸੀ। How did his father's death affect ਤੇਂਬੂ, ਤੇਂਬੂ ਦੇ ਫਾਦਰ ਕੌਣ ਸੀ, ਬਾਲਦਿਓ, ਉਹਨਾਂ ਦੀ ਮੌਤ ਕਰਕੇ ਕੀ ਅਸਰ ਪਿਆ ਤੇਂਬੂ ਤੇ। Tempu was filled with grief over his father's death, ਆਪਣੇ ਪਿਤਾ ਜੀ ਦੀ ਮੌਤ ਦਾ ਉਹਨੂੰ ਬਹੁਤ ਜ਼ਿਆਦਾ ਸੋਗ ਲੱਗਿਆ ਸੀ। He did not allow grief to emasculate him, ਉਹਨੇ ਇੱਕ ਤਰੀਕੇ ਨਾਲ ਆਪਾਂ ਇਹ ਕਹਿ ਸਕਦੇ ਹਾਂ ਵੀ ਗਮ ਨੇ ਉਹਨੇ ਆਪਣੇ ਆਪ ਨੂੰ ਕਮਜ਼ੋਰ ਨਹੀਂ ਹੋਣ ਦਿੱਤਾ। He decided, ਜਾਂ ਆਪਾਂ ਕਹਿ ਸਕਦੇ ਹਾਂ to weaken him,
he decided to face it bravely। ਉਹ ਕਹਿੰਦਾ ਹੁਣ ਜੋ ਚਲਾ ਗਿਆ ਉਹ ਚਲਾ ਗਿਆ ਤੇ ਉਹਨੇ ਸਾਹਮਣਾ ਕਰਨ ਦੀ ਕੋਸ਼ਿਸ਼ ਕੀਤੀ ਜ਼ਿੰਦਗੀ ਦਾ, ਮਤਲਬ ਪੱਕੇ ਇਰਾਦੇ ਦੇ ਨਾਲ, ਬਹਾਦਰੀ ਦੇ ਨਾਲ। All the responsibility of the family had now fallen on him, क्योंकि परिवार दी जिम्मेदारी हुन ओदे सिर ते आ गई सी। So he decided to work in his father's place। इसे करके उन्हें फैसला किया कि हुन वो अपने पिताजी दी थां ते काम करेगा, वही सिग्नल पोस्ट ते। आगे है कि नहीं लॉन्ग आंसर टाइप क्वेश्चंस। पहला क्वेश्चन ये है कि राइट अ ब्रीफ कैरेक्टर स्केच ऑफ बालदेव। बालदेव बारे संक्षेप दे विच जानकारी दिओ जो भी तुहानू पता है। ते इत्थे मैं लिखिया है बालदेव बिलोंग टू अ स्मॉल ट्राइबल विलेज। जो एक छोटे जहे कबीले पिंड दा रहन वाला सी। He had small rice fields which could not fulfill the needs of his family। उहदे छोटे छोटे खेत सी चौला दे जो कि परिवार दा पेट भरन लई काफ़ी नहीं सी। So he started working as a खलासी at a railway station। ते इसे करके वो एक वॉचमैन दा काम करन लग पिया सी रेलवे स्टेशन ते। The station had a thick forest at its back। ਉਹਦੇ ਪਿੱਛੇ ਨਾ ਜੰਗਲ ਸੀਗਾ, ਬਹੁਤ ਭਿਆਨਕ ਭਾਰੀ ਜੰਗਲ ਸੀ। Next to the station there was a deep cutting that led to the tunnel। ਇਹਦੇ ਅੱਗੇ ਜਾ ਕੇ deep cutting ਸੀ, ਰਸਤਾ ਖਰਾਬ, ਪੱਥਰ ਪੁੱਥਰ ਪਏ ਸੀ, ਜਿਹਦੇ ਅੱਗੇ ਜਾ ਕੇ ਇੱਕ ਟਨਲ ਆਂਦੀ ਸੀ, ਗੁਫਾ ਬਣਦੀ ਸੀ। Baldew's job was to give the signal whether the tunnel was clear or not। ਤੇ ਬਾਲਦੇਵ ਦੀ ਡਿਊਟੀ ਇਹ ਸੀ ਵੀ ਟਨਲ ਤੇ ਖੜੇ ਹੋ ਕੇ ਡਿਊਟੀ ਦੇਣਾ, ਲੈਂਪ ਜਲਾ ਕੇ ਵੀ ਟਨਲ ਸਾਫ਼ ਹੈ ਜਾਂ ਨਹੀਂ, ਕਹਿਣ ਦਾ ਮਤਲਬ ਉੱਥੋਂ ਗੱਡੀ ਨਿਕਲ ਸਕਦੀ ਹੈ ਜਾਂ ਨਹੀਂ। At night it was also his duty to see that the lamp at the signal post was burning। ਤੇ ਰਾਤ ਨੂੰ ਇਹ ਵੀ ਡਿਊਟੀ ਸੀ ਵੀ ਲੈਂਪ ਜਲਦਾ ਰਹੇ ਉਸ ਪੋਸਟ ਤੇ। and that the overland mail passed through safely। ਵੀ ਰੇਲ ਗੱਡੀ ਆਰਾਮ ਨਾਲ ਉੱਥੋਂ ਪਾਸ ਕਰ ਸਕੇ। At night hours the cutting and the entrance of the tunnel looked very horrible। ਤੇ ਰਾਤ ਦੇ ਟਾਈਮ ਤੇ ਟਨਲ ਜਿਹੜੀ ਸੀ, ਗੁਫਾ ਵੈਸੇ ਵੀ ਕਾਲ ਉਹਦੇ ਨੇੜੇ ਜੰਗਲ ਸੀ, ਉਹ ਕਾਫੀ ਡਰਾਵਨੀ ਲੱਗਦੀ ਸੀ। Moreover it was believed that wild animals often came there। ਇਹ ਵੀ ਮੰਨਿਆ ਜਾਂਦਾ ਸੀ ਕਿ ਅਕਸਰ ਉੱਥੇ ਜੰਗਲੀ ਜਾਨਵਰ ਵੀ ਆਉਂਦੇ ਰਹਿੰਦੇ ਨੇ। But Baldev did not believe in such stories। but ਉਹ ਅਜਿਹੀਆਂ ਕਹਾਣੀਆਂ ਵਿੱਚ ਵਿਸ਼ਵਾਸ ਨਹੀਂ ਰੱਖਦਾ ਸੀ। Baldev was very brave and courageous। ਉਹ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਹਿੰਮਤ ਵਾਲਾ ਸੀ, ਬਹੁਤ ਜ਼ਿਆਦਾ ਹਿੰਮਤੀ ਸੀ ਤੇ brave ਸੀ, ਮਤਲਬ ਤਾਕਤਵਰ ਸੀ। When he was attacked by a tiger at the signal post he didn't lose his courage। ਜਦ ਉਹਦੇ ਤੇ ਟਾਈਗਰ ਨੇ ਹਮਲਾ ਵੀ ਕਰ ਦਿੱਤਾ ਤਾਂ ਵੀ ਉਹਨੇ ਹਿੰਮਤ ਨਹੀਂ ਹਾਰੀ। Though he himself was killed in the encounter he injured the tiger also very badly with his axe। ਹਾਲਾਂਕਿ ਉਹਨੇ ਟਾਈਗਰ ਦਾ ਉਹਨੂੰ ਫੇਸ ਕੀਤਾ ਬਰੇਵਲੀ, ਬਹਾਦਰੀ ਨਾਲ ਟਾਈਗਰ ਨੂੰ ਫੇਸ ਕੀਤਾ ਤੇ ਉਹਦੀ ਮੌਤ ਵੀ ਹੋ ਗਈ। ਪਰ ਫਿਰ ਵੀ ਉਹਨੇ ਇੰਨਾ ਜ਼ਖਮੀ ਕਰਤਾ ਸੀ ਟਾਈਗਰ ਨੂੰ ਬੁਰੇ ਤਰੀਕੇ ਨਾਲ ਕਿ ਉਹ ਬੈਠ ਕੇ ਉਹਦੀ ਆਪ ਹੀ ਮੌਤ ਹੋ ਗਈ, ਉੱਥੋਂ ਹਿਲ ਹੀ ਨਹੀਂ ਪਾਇਆ, ਟ੍ਰੇਨ ਦੇ ਅੱਗੇ ਹੀ ਕੁਚਲਿਆ ਗਿਆ। ਅੱਗੇ ਡਿਸਕ੍ਰਾਈਬ ਬਾਲਦੇਵਜ਼ ਇਨਕਾਊਂਟਰ ਵਿਦ ਦ ਟਾਈਗਰ। ਉਹਦਾ ਕਿਵੇਂ ਸਾਹਮਣਾ ਹੋਇਆ ਬਾਲਦੇਵ ਦਾ ਟਾਈਗਰ ਦੇ ਨਾਲ। ਹੋਇਆ ਕਿ one night Baldev as usual went to the signal post to see that the lamp was burning। ਰਾਤ ਨੂੰ ਉਹ ਗਿਆ ਦੇਖਣ ਦੇ ਲਈ ਟਨਲ ਦੇ ਕੋਲ ਵੀ ਜਿਹੜਾ ਲੈਂਪ ਹੈਗਾ ਉਹ ਜਲ ਰਿਹਾ ਜਾਂ ਨਹੀਂ, ਤਾਂ ਕਿ ਉੱਥੋਂ ਰੇਲ ਗੱਡੀ ਨਿਕਲ ਸਕੇ ਆਰਾਮ ਨਾਲ। There he heard the thump and soon he saw a tiger moving towards him। ਉੱਥੇ ਉਹਨੇ ਆਵਾਜ਼ ਸੁਣੀ, ਜਿਵੇਂ ਕੋਈ ਆਵਾਜ਼ ਆਉਂਦੀ ਹੈ ਨਾ ਥੱਪ ਦੀ, ਉਹ ਵਾਲੀ ਆਵਾਜ਼ ਉਹਨੇ ਸੁਣੀ। ਥੰਪ ਦੀ ਆਵਾਜ਼ ਆਪਾਂ ਇਹ ਕਹਿ ਸਕਦੇ ਹਾਂ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ, ਜਦ ਤੁਸੀਂ ਕਿਸੇ ਨੂੰ ਇਹ ਕਹਿ ਸਕਦੇ ਹੋ ਮਾਰਦੇ ਹੋ, ਕੁੱਟਦੇ ਹੋ ਜਾਂ ਪੈਰ ਥੱਲੇ ਰੱਖ ਦੋ, ਜਿਹੜੀ ਆਵਾਜ਼ ਆਉਂਦੀ ਹੈ। ਤੇ ਉਹਨੇ ਉਹ ਆਵਾਜ਼ ਸੁਣੀ ਤੇ ਉਹਨੇ ਦੇਖਿਆ ਵੀ ਟਾਈਗਰ ਉਹਦੇ ਵੱਲ ਆ ਰਿਹਾ। ਫਾਈਟ ਵਾਜ਼ ਇੰਪੋਸੀਬਲ। ਉਸ ਟਾਈਮ ਤੇ ਫਲਾਈਟ ਵਾਜ਼ ਇੰਪੋਸੀਬਲ ਕਹਿਣ ਦਾ ਮਤਲਬ ਉੱਥੋਂ ਭੱਜਣਾ ਮੁਸ਼ਕਲ ਸੀ, impossible ਸੀ। Baldev grasped his axe firmly that he always carried with him। ਤੇ ਉਹਨੇ ਫਟਾਫਟ ਆਪਣਾ ਜਿਹੜੀ ਕੁਹਾੜੀ ਸੀ ਉਹ ਕੱਢ ਲਈ ਉੱਥੋਂ ਜੇਬ ਚੋਂ। Soon the tiger reached there and attacked Baldev with his right paw। ਛੇਤੀ ਹੀ ਟਾਈਗਰ ਉਹਦੇ ਕੋਲ ਆ ਗਿਆ, ਬਾਲਦੇਵ ਕੋਲ ਆ ਗਿਆ। ਹਾਲਾਂਕਿ ਉਹ ਸਾਈਡ ਤੇ ਹੋ ਗਿਆ ਸੀ ਬਾਲਦੇਵ, ਪਰ ਫਿਰ ਵੀ ਉਹਨੇ ਆਪਣੇ ਰਾਈਟ ਵਾਲੇ ਪੰਜੇ ਦੇ ਨਾਲ ਉਹਨੂੰ ਅਟੈਕ ਕੀਤਾ। ਬਾਲਦੇਵ ਹਿੱਟ ਦ ਟਾਈਗਰਸ ਸ਼ੋਲਡਰ ਵਿਦ ਹਿਸ ਐਕਸ। ਤੇ ਬਾਲਦੇਵ ਨੇ ਵੀ ਆਪਣੀ ਕੁਹਾੜੀ ਦੇ ਨਾਲ ਉਹਦੇ ਸ਼ੋਲਡਰ ਤੇ ਮਾਰਿਆ। ਦ ਟਾਈਗਰ ਰੋਡ ਲਾਊਡਲੀ ਇਨ ਪੇਨ। ਤੇ ਉਹ ਜ਼ੋਰ ਦੀ ਗੁਰਜਾਇਆ ਜਿਹੜਾ ਪੇਨ ਦੇ ਵਿੱਚ ਸੀਗਾ ਟਾਈਗਰ। ਬਾਲਦੇਵ ਅਗੇਨ ਥ੍ਰੂ ਹਿਸ ਐਕਸ ਐਟ ਦ ਟਾਈਗਰ ਵਿਦ ਫੁੱਲ ਫੋਰਸ। ਦੂਜੀ ਵਾਰ ਵੀ ਉਹਨੇ ਜ਼ੋਰ ਦੀ ਉਹਦੇ ਕੁਹਾੜੀ ਮਾਰੀ shoulder ਤੇ। This time the axe caught the tiger on the shoulder almost severing his legs। ਕਹਿਣ ਦਾ ਮਤਲਬ ਇਹ ਹੈ ਵੀ ਜਦ ਦੂਜੀ ਵਾਰ ਉਹਨੇ ਕੁਹਾੜੀ ਮਾਰੀ ਉਹਦੇ ਟਾਈਗਰ ਦੇ, ਉਸ ਟਾਈਮ ਤੇ ਕੁਹਾੜੀ ਵਿੱਚ ਹੀ ਰਹਿ ਗਈ ਤੇ ਏਦਾਂ ਲੱਗ ਰਿਹਾ ਸੀ ਵੀ ਉਹ ਜਿਹੜੀਆਂ ਉਹਦੀਆਂ ਲੱਤਾਂ ਨੇ ਉਹ
ਕੱਟ ਚੁੱਕੀਆਂ ਨੇ, ਇੰਨੀ ਜ਼ੋਰ ਦੀ ਵੱਜੀ ਸੀ ਕਿਉਂਕਿ ਕੁਹਾੜੀ ਵਿੱਚ ਹੀ ਰਹਿ ਗਈ ਸੀ ਨਾ, ਤਾਂ ਇਸ ਕਰਕੇ ਉਹਨੂੰ ਲੱਗ ਰਿਹਾ ਸੀ ਵੀ ਲੱਤਾਂ ਸ਼ਾਇਦ ਟੁੱਟ ਗਈਆਂ ਨੇ ਉਹਦੀਆਂ, ਕਿਉਂਕਿ ਉਹ ਉੱਥੇ ਮਾਰਿਆ ਸੀ ਉਹਨੇ। ਅਨਲਕੀਲੀ ਦ ਐਕਸ ਗॉट ਸਟਕ ਇਨ ਦ ਬੋਨ, ਪਰ ਉਹ ਬੋਨ ਦੇ ਵਿੱਚ, ਹੱਡੀ ਵਿੱਚ ਹੀ ਫਸ ਗਿਆ ਸੀ ਆਫ ਦ ਟਾਈਗਰ। ਨਾਓ ਬਾਲਦੇਵ ਹੈਡ ਨੋ ਵੈਪਨ, ਹੁਣ ਉਹਦੇ ਕੋਲ ਤਾਂ ਕੋਈ ਹਥਿਆਰ ਨਹੀਂ ਬਚਿਆ ਸੀ ਕਿਉਂਕਿ ਐਕਸ ਕੁਹਾੜੀ ਉਹਦੇ ਸਰੀਰ ਵਿੱਚ ਹੀ ਰਹਿ ਗਈ ਸੀ। The tiger sprang upon Baldev and tore him into pieces in a few minutes, ਤੇ ਕੁਝ ਮਿੰਟਾਂ ਵਿੱਚ ਹੀ ਟਾਈਗਰ ਨੇ ਉਹਦੇ ਤੇ ਹਮਲਾ ਕੀਤਾ, ਬਾਲਦੇਵ ਨੇ, ਤੇ ਉਹਦੇ ਉੱਤੇ ਉਹਦੇ ਛੋਟੇ ਛੋਟੇ ਹਿੱਸੇ ਕਰ ਦਿੱਤੇ। Then the tiger sat down, ਕਰਨ ਤੋਂ ਬਾਅਦ ਉਹ ਬੈਠ ਗਿਆ। He roared with pain now and then, ਤੇ ਜ਼ੋਰ ਜ਼ੋਰ ਦੀ, ਕਿਉਂਕਿ ਉਹਨੂੰ ਦਰਦ ਹੋ ਰਿਹਾ ਸੀ, ਉਹਦੇ ਕੁਹਾੜੀ ਵੱਜੀ ਹੋਈ ਸੀ, ਦਰਦ ਦੇ ਵਿੱਚ ਉਹ ਰੋਣ ਲੱਗ ਗਿਆ, ਆਪਣੇ ਜ਼ਖਮ ਚੱਟਣ ਲੱਗ ਪਿਆ। He couldn't notice that the train was coming, ਉਹਨੂੰ ਪਤਾ ਨਹੀਂ ਲੱਗਿਆ ਵੀ ਰੇਲ ਗੱਡੀ ਵੀ ਆਣੀ ਹੈ ਇੱਥੋਂ। When he realized, he tried to run on his wounded leg, ਜਦ ਉਹਨੂੰ ਪਤਾ ਲੱਗਿਆ ਵੀ ਰੇਲ ਗੱਡੀ ਆਈ ਗਈ, ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ, ਬਟ ਉਹਦੇ ਸੱਟ ਲੱਗੀ ਹੋਈ ਸੀ, ਹੈ ਨਾ, ਬਟ ਇਟ ਵਾਸ ਟੂ ਲੇਟ, ਕਾਫੀ ਦੇਰ ਹੋ ਚੁੱਕੀ ਸੀ। ਐਂਡ ਦ ਟਾਈਗਰ ਵਾਸ ਕੱਟ ਇਨ ਹਾਫ ਬਾਈ ਦੀ ਇੰਜਨ ਦੇ ਨਾਲ ਉਹਦੇ ਦੋ ਹਿੱਸੇ ਹੋ ਚੁੱਕੇ ਸੀ, ਉਹ ਕੱਟ ਚੁੱਕਿਆ ਸੀ। ਅੱਗੇ ਕੁਐਸਚਨ ਹੈ, ਰਾਈਟ ਅ ਨੋਟ on the message contained in the story The Tiger in the Tunnel, ਇਸ ਕਹਾਣੀ ਤੋਂ ਸਾਨੂੰ ਕੀ ਮੈਸੇਜ ਮਿਲਦਾ ਹੈ, ਕੀ ਸੰਦੇਸ਼ ਮਿਲਦਾ ਹੈ, ਉਹਦੇ ਤੇ ਤੁਸੀਂ ਇੱਕ ਨੋਟ ਲਿਖਣਾ ਹੈ। The message contained in this story is that whatever adversities may befall, life has to go on, ਇਸ ਕਹਾਣੀ ਵਿੱਚ ਇਹ ਸੰਦੇਸ਼ ਮਿਲਦਾ ਵੀ ਜਿੰਨੀ ਮਰਜ਼ੀ ਮੁਸੀਬਤ ਆ ਜਾਵੇ, ਜ਼ਿੰਦਗੀ ਚੱਲਣੀ ਹੀ ਚੱਲਣੀ ਚਾਹੀਦੀ ਹੈ ਅੱਗੇ। The main character of the story, Baldev, works as a watchman at a small railway station, ਇਸ ਕਹਾਣੀ ਦਾ ਮੁੱਖ ਪਾਤਰ ਬਾਲਦੇਵ ਇੱਕ ਛੋਟੇ ਜਿਹੇ ਰੇਲਵੇ ਸਟੇਸ਼ਨ ਤੇ ਟਨਲ ਦੀ ਰਾਖੀ ਲਈ ਕੰਮ ਕਰਦਾ ਸੀ। One night when he goes on his duty at the signal post, a tiger attacks him and kills him, ਇੱਕ ਰਾਤ ਜਦੋਂ ਡਿਊਟੀ ਤੇ ਗਿਆ, ਸਾਨੂੰ ਪਤਾ ਟਾਈਗਰ ਨੇ ਉਹਦੇ ਤੇ ਅਟੈਕ ਕੀਤਾ ਤੇ ਉਹਨੂੰ ਮਾਰ ਦਿੱਤਾ। Baldev's wife, his son and his daughter all are plunged in grief for 2 whole days, ਪੂਰਾ ਪਰਿਵਾਰ, ਪਤਨੀ, ਬੀਵੀ, ਬੇਟੀ 2 ਦਿਨ ਤੱਕ ਦੁੱਖ ਦੇ ਵਿੱਚ ਰਹੇ। But then his son, who is only 12 years old, realizes the hardness of the fact, ਉਹਦੇ ਬੇਟੇ ਨੂੰ ਰਿਅਲਾਈਜ਼ ਹੋ ਜਾਂਦਾ ਜੋ ਸਿਰਫ 12 ਸਾਲ ਦਾ ਹੈ ਵੀ ਅਸਲੀਅਤ ਕੀ ਹੈ। Whatever may come, a living has to be made for the family, ਹੁਣ ਜੋ ਹੋ ਗਿਆ, ਹੁਣ ਕਿੰਨੀ ਦੇਰ ਸੋਗ ਮਨਾਉਂਦੇ ਰਹੀਏ, ਉਹ ਕਹਿੰਦਾ ਖਾਣਾ ਤਾਂ ਲੈ ਕੇ ਆਣਾ ਹੈ, ਪਰਿਵਾਰ ਨੂੰ ਚਲਾਉਣਾ ਤਾਂ ਹੈ ਹੀ ਹੈ। Now all the responsibility of the family has fallen on him, ਕਿਉਂਕਿ ਸਾਰੀ ਜ਼ਿੰਮੇਵਾਰੀ ਉਹਦੇ ਤੇ ਪੈ ਗਈ ਸੀ, ਹੁਣ ਪਰਿਵਾਰ ਦੀ ਪਿਓ ਤਾਂ ਰਿਹਾ ਨਹੀਂ ਸੀ। So he does not allow grief to emasculate him, ਉਹਨੇ ਦੁੱਖ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੱਤਾ। He decides to face life bravely and fulfill his duty towards his family, ਤੇ ਉਹ ਬਹਾਦਰੀ ਨਾਲ ਜ਼ਿੰਦਗੀ ਦਾ ਸਾਹਮਣਾ ਕਰਨ ਅਤੇ ਆਪਣੇ ਪਰਿਵਾਰ ਪ੍ਰਤੀ ਆਪਣਾ ਫਰਜ਼ ਨਿਭਾਉਣ ਦਾ ਫੈਸਲਾ ਕਰਦਾ ਹੈ। And 3 nights later, यानी 3 ਰਾਤਾਂ ਤੋਂ ਬਾਅਦ, he is at the cutting, lighting the lamp signal for the overland mail, ਤੇ ਉਹ 3 ਰਾਤਾਂ ਬਾਅਦ ਦੁੱਖ ਮਨਾ ਕੇ ਉੱਥੇ ਹੀ ਪਹੁੰਚ ਜਾਂਦਾ ਹੈ ਜਿੱਥੇ ਉਹਦੇ ਪਿਤਾ ਜੀ ਡਿਊਟੀ ਦੇ ਰਹੇ ਸੀ ਤੇ ਸ਼ਹੀਦ ਹੋਏ ਸੀ। ਅੱਗੇ, describe in brief the scene at the setting of the place where Baldev worked, ਉਹ ਸੀਨ ਦੱਸਣਾ ਹੈ ਕਿਹੋ ਜਿਹਾ ਸੀ, ਜਗ੍ਹਾ ਕਿਹੋ ਜਿਹੀ ਸੀ, ਦ੍ਰਿਸ਼ ਕਿਹੋ ਜਿਹਾ ਸੀ ਜਿੱਥੇ ਬਾਲਦੇਵ ਜਿਹੜਾ ਸੀ ਉਹ ਕੰਮ ਕਰਦਾ ਸੀ। ਮੈਂ ਦੱਸਿਆ ਸੀ Baldev was a watchman at a small railway station which was about 3 miles away from his village, ਉਹਦੇ ਪਿੰਡ ਤੋਂ 3 ਮਾਈਲਸ ਦੂਰ ਸੀਗਾ, ਉਸ ਰੇਲਵੇ ਸਟੇਸ਼ਨ ਤੇ ਕੰਮ ਕਰਦਾ ਸੀ। The station was in the form of a small hut, ਤੇ ਸਟੇਸ਼ਨ ਛੋਟੀ ਜਿਹੀ ਝੌਂਪੜੀ ਦੀ ਫਾਰਮ ਦੇ ਵਿੱਚ ਸੀਗਾ। It had a thick forest at its back, ਇਹਦੇ ਪਿੱਛੇ ਸਟੇਸ਼ਨ ਦੇ ਘਣਾ ਜੰਗਲ ਸੀ। Next to the station there was a deep cutting that led to the ਟਨਲ, ਤੇ ਉਸ ਸਟੇਸ਼ਨ ਦੇ ਨੇੜੇ ਹੀ ਡੀਪ ਕਟਿੰਗ ਸੀ ਜਿਹਦੇ ਨਾਲ ਆਪਾਂ ਇਹ ਕਹਿ ਸਕਦੇ ਹਾਂ ਇੱਕ ਤਰੀਕੇ ਦੇ ਨਾਲ ਟਨਲ ਸੀ, ਗੁਫਾ ਸੀ ਜਿੱਥੋਂ ਰੇਲ ਗੱਡੀ ਕ੍ਰਾਸ ਕਰਕੇ ਸਟੇਸ਼ਨ ਤੱਕ ਪਹੁੰਚਦੀ ਸੀ। ਤੇ ਉਹ ਜਿਹੜਾ ਰਸਤਾ ਸੀ, ਜਿਹੜੀ ਕਟਿੰਗ ਸੀ, had sheer rock walls towering high above the rails, ਮਤਲਬ ਉੱਥੇ ਵੱਡੀਆਂ ਵੱਡੀਆਂ ਆਪਾਂ ਇਹ ਕਹਿ ਸਕਦੇ ਹਾਂ ਪੱਥਰ ਪਏ ਸੀ, ਜਿਹੜੇ ਤਿੱਖੇ ਤਿੱਖੇ ਪੱਥਰ ਹੁੰਦੇ ਆ, ਉੱਚੇ ਉੱਚੇ ਉੱਥੇ ਪਏ ਸੀ, ਰੇਲਸ ਦੇ ਉੱਤੇ ਉੱਤੇ ਤੱਕ ਤੁਹਾਨੂੰ ਦਿਖਾਈ ਦੇਣਗੇ। Baldev did the job of giving signal whether the tunnel was clear or not, ਤੇ ਉਹ ਲੈਂਪ ਜਲਾ ਕੇ ਸਿਗਨਲ ਦਿੰਦਾ ਸੀ ਰੇਲ ਗੱਡੀ ਨੂੰ ਰਾਤ ਨੂੰ ਵੀ, ਜਿਹੜੀ ਟਨਲ ਹੈਗੀ ਆ ਉਹ ਸਾਫ਼, ਕਹਿਣ ਦਾ ਮਤਲਬ ਉੱਥੇ ਕੋਈ ਰੁਕਾਵਟ ਤਾਂ ਨਹੀਂ ਹੈ ਤਾਂ ਕਿ ਰੇਲ ਗੱਡੀ ਉੱਥੋਂ ਨਿਕਲ ਸਕੇ। At night it was his duty to see that the lamp at the signal post was burning and that the overland mail passes
ਜਾਂ ਪਾਸ ਥਰੂ ਸੇਫਲੀ, ਵੀ ਰੇਲ ਗੱਡੀ ਉੱਥੋਂ ਆਰਾਮ ਨਾਲ ਪਾਸ ਕਰ ਸਕੇ ਤੇ ਕੋਈ ਰੁਕਾਵਟ ਨਾ ਹੋਏ। ਉਹ ਰਾਤ ਦੀ ਡਿਊਟੀ ਉੱਥੇ ਉਹਦੀ ਸੀਗੀ। There prevailed the deadly stillness of the surrounding jungle, ਤੇ ਇਹਦੇ ਨਾਲ ਉੱਥੇ ਜੰਗਲ ਦੀ ਜਿਹੜੀ stillness ਹੈ, ਕਿਉਂਕਿ ਸ਼ਾਂਤੀ, ਇੰਨੀ ਘੋਰੀ ਸ਼ਾਂਤੀ ਉਹ ਵੀ ਦਿਖਾਈ ਦਿੰਦੀ ਸੀ, ਆਪਾਂ ਕਹਿ ਸਕਦੇ ਹਾਂ ਸੁਣਾਈ ਦੇਣ ਨੂੰ ਦਿੰਦੀ ਸੀ। The cutting and the entrance of the tunnel looked horrible in the darkness of the night, ਤੇ ਉਹ ਜਿਹੜੀ ਟਨਲ ਸੀ ਉਹ ਬਹੁਤ ਡਰਾਵਨੀ ਜੀ ਲੱਗਦੀ ਸੀ ਰਾਤ ਦੇ ਸਮੇਂ ਦੇ ਵਿੱਚ। Wild animals were believed to visit that place frequently, ਤੇ ਰਾਤ ਨੂੰ ਜੰਗਲੀ ਜਾਨਵਰ ਵੀ ਉੱਥੇ ਆਉਂਦੇ ਜਾਂਦੇ ਰਹਿੰਦੇ ਸੀ। Such things contributed to the eeriness of the place, ਤੇ ਅਜਿਹੀਆਂ ਜਿਹੜੀਆਂ ਚੀਜ਼ਾਂ ਸੀ ਇਹ ਉਸ ਚੀਜ਼ ਨੂੰ ਬਹੁਤ, ਉਸ ਸਥਾਨ ਨੂੰ ਬਹੁਤ ਜ਼ਿਆਦਾ ਡਰਾਵਨਾ, ਡੇਂਜਰਸ, ਜਾਂ ਆਪਾਂ ਕਹਿ ਸਕਦੇ ਹਾਂ ਮਿਸਟੀਰੀਅਸ ਟਾਈਪ ਬਣਾਉਂਦੀ ਸੀ। ਤੇ ਇਹ ਸੀ ਕਿ ਅੱਜ ਦੀ ਕਲਾਸ ਮੈਂ ਉਮੀਦ ਕਰਦੀ ਹਾਂ ਇਸ ਪਾਰਟ ਦੇ ਕੁਐਸਚਨ ਆਨਸਰ ਸਮਝ ਆ ਗਏ ਹੋਣਗੇ। ਸਮਰੀ ਦੀ ਅਲੱਗ ਵੀਡੀਓ ਹੈ। ਜੇ ਚੈਪਟਰ ਸਮਝ ਆ ਗਿਆ ਤਾਂ ਪਲੀਜ਼ ਵੀਡੀਓ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਕਰਿਓ। ਫਿਰ ਮਿਲਾਂਗੇ। ਟਿਲ ਦੈਨ ਟੇਕ ਕੇਅਰ, ਬਾਏ ਬਾਏ।